मित्र प्यारे हाल मुरीदा दा कहना। ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। चक्र चिहन हर वर्ण जात हर पात निहन जेह। रूप रंग हर रेख पेख को कह ना सकत केह। अचल मूरत अनभव प्रकाश अमितोज कहिजै। कोट इंद्र इंद्राण साहे साहान गणिजै। तिर भवन महीप सुर नर असुर नेत नेत बन तृण कहत। त्वै सर्वनाम कथै कवना। करम नाम बरनत सुमत। सज्जन सच्चा पातशाहो सिर शाहां शाहो। जिस पास बैठिया सोहिए सबना दा वेसाहो। जिस पास बैठिया सोहिए सबना दा वेसाहो। सतनाम श्री वाहिगुरु साहिब जी। राजा जनमेजा दे मंती बरज ब्यास पढ़ाया। तिन कर जग 18 काए किरत ना चलै चलाया। वाहिगुरु जी का खालसा वाहिगुरु जी की फतेह। जुग हो जुग अटल चबर शतर तख्त के मालिक साहिब कमाल धन धन श्री गुरु ग्रंथ साहिब जी महाराज। सतगुरां दी पावन पवित्र हजूरी अंदर अमृत वेले दे पावन पवित्र सजे दरबारां अंदर हाजरियां भर रही गुरु स्वरूप गुरु खालसा साध संगत जी। आप जी सरबत गुरसिख संगतां अमृत वेले दे पावन पवित्र दीवाना अंदर जुड़कर सतगुरां दी पावन पवित्र इलाही गुरबाणी दे नितनेम आप जी ने सरवण कीते ने। उपरंत लड़ीवार पावन गुरबाणी दी चल रही कथा विचार सरवण करन वास्ते गुरु दरबार अंदर जुड़ बैठे हो। आओ मन बिरतियां एकाग्र करके सतगुरां दा पावन पवित्र उपदेश सरवण करिए। मन की एकाग्रता बनाउण वास्ते सरबत गुरसिख संगतां
ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ। ਜਗਤ ਗੁਰਦੇਵ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜਿਸ ਦੇ ਵਿਚਾਰ ਆਰੰਭ ਕੀਤੀ ਸੀ ਗੌਤਮ ਤਪਾ ਅਹਿਲਿਆ ਨਾਰੀ ਜਿਸ ਦੇਖ ਇੰਦਰ ਲੁਭਾਇਆ। ਇਸ ਸ਼ਬਦ ਦੇ ਪਹਿਲੇ 4 ਬੰਦ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਪ੍ਰਾਤਨ ਉਦਾਹਰਣਾਂ ਦਿੱਤੀਆਂ ਨੇ। ਸ਼ਬਦ ਦੇ ਚੌਥੇ ਬੰਦ ਦੇ ਅੰਦਰ ਰਾਜੇ ਜਨਮੇਜੇ ਦੀ ਉਦਾਹਰਣ ਮਹਾਰਾਜ ਦੇ ਰਹੇ ਹਨ। ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ। ਮਹਾਨ ਵਿਦਵਾਨ ਰਿਸ਼ੀ ਵੇਦ ਬਿਆਸ ਜਦੋਂ ਰਾਜੇ ਜਨਮੇਜੇ ਨੂੰ ਕਥਾ ਸੁਣਾ ਰਹੇ ਸਨ, ਜਨਮੇਜਾ ਇੱਕ ਸਵਾਲ ਕਰਦਾ ਰਿਸ਼ੀ ਵੇਦ ਬਿਆਸ, ਤੁਸੀਂ ਕਹਿੰਦੇ ਹੋ ਕ੍ਰਿਸ਼ਨ ਜੀ ਭਗਵਾਨ ਸਨ, ਜੇ ਉਹ ਭਗਵਾਨ ਸਨ ਤੇ ਉਹ ਆਪਣੀ ਕੁਲ ਨੂੰ ਸਮਝਾ ਵੀ ਸਕਦੇ ਸੀ। ਉਹਨਾਂ ਦੀ ਸਾਰੀ ਕੁਲ ਨਾਸ਼ ਹੋ ਗਈ ਤੇ ਇੰਨਾ ਕੁਝ ਉਹਨਾਂ ਦੇ ਨਾਲ ਨਾ ਵਾਪਰਦਾ, ਇੰਨਾ ਕੁਝ ਉਹਨਾਂ ਦੇ ਨਾਲ ਨਾ ਹੁੰਦਾ। ਪਾਂਡਵਾਂ ਨੂੰ ਜਾ ਕੇ ਰਾਜੇ ਬੈਰਾਟ ਦੇ ਕੋਲ ਉਹਦਾ ਨੌਕਰ ਬਣ ਕੇ ਸਮਾਂ ਗੁਜ਼ਾਰਨਾ ਪਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੀ ਸ਼ਲੋਕ ਆਉਂਦਾ ਹੈ, ਰੋਵਹਿ ਪਾਂਡਵ ਭਏ ਮਜੂਰ ਜਿਨ ਕੇ ਸੁਆਮੀ ਰਹਿਤ ਹਦੂਰ। ਰਾਜੇ ਬੈਰਾਠ ਦੀ ਸਭਾ ਵਿੱਚ ਜਾ ਕੇ ਪਾਂਡਵ ਮਜ਼ਦੂਰ ਬਣ ਗਏ। ਜਦੋਂ ਰਾਜ ਭਾਗ ਹਾਰ ਗਏ, ਦ੍ਰੋਪਦੀ ਹਾਰ ਗਏ, ਜਨਮੇਜਾ ਕਹਿਣ ਲੱਗਾ ਵੀ ਜਦੋਂ ਪਤਾ ਹੋਵੇ ਭਗਵਾਨ ਕ੍ਰਿਸ਼ਨ ਜੀ ਉਹ ਤਾਂ ਸਮੇਂ ਦੇ ਯੁੱਗ ਪੁਰਸ਼ ਅਵਤਾਰੀ ਪੁਰਸ਼ ਸਨ, ਉਹਨਾਂ ਨੂੰ ਤਾਂ ਇੰਨਾ ਪਤਾ ਹੀ ਹੋਣਾ ਵੀ ਇਹ ਕੁਝ ਸਾਡੇ ਨਾਲ ਹੋਣਾ, ਵੀ ਉਹ ਸਾਰੇ ਯਾਦਵਾਂ ਨੂੰ ਸਮਝਾ ਤਾਂ ਸਕਦੇ ਸਨ, ਪਾਂਡਵਾਂ ਨੂੰ ਵੀ ਸਮਝਾ ਸਕਦੇ ਸਨ ਵੀ ਇਹ ਕੁਝ ਤੁਹਾਡੇ ਨਾਲ ਹੋਣ ਵਾਲਾ ਹੈ, ਫਿਰ ਇੰਨਾ ਕੁਝ ਨਾ ਹੁੰਦਾ। ਇਹ ਗੱਲ ਸੁਣ ਕੇ ਰਿਸ਼ੀ ਵੇਦ ਬਿਆਸ ਕਹਿਣ ਲੱਗੇ, ਰਾਜਨ ਜਿਹੜੀ ਹੋਣਹਾਰੀ ਹੈ ਨਾ ਉਹ ਟਾਲੀ ਨਹੀਂ ਜਾ ਸਕਦੀ, ਹੋਣਹਾਰੀ ਨੂੰ ਕੋਈ ਬਦਲ ਨਹੀਂ ਸਕਦਾ, ਭਾਵੇਂ ਮਨੁੱਖ ਲੱਖ ਯਤਨ ਕਰ ਲੈ। ਪਰ ਜਨਮੇਜਾ ਕਹਿਣ ਲੱਗਾ ਵੀ ਜੇ ਪਤਾ ਹੋਵੇ ਵੀ ਮੂਰਲੇ ਪਾਸੇ ਟੋਆ ਹੈ ਤੇ ਮਨੁੱਖ ਯਤਨ ਕਰਦਾ ਵੀ ਮੈਂ ਟੋਏ ਵਿੱਚ ਡਿੱਗਣ ਤੋਂ ਬਚ ਜਾਵਾਂ, ਜੇ ਟੋਆ ਮੂਰੇ ਹੋਵੇ ਤੇ ਟੋਏ ਤੋਂ ਬਚਿਆ ਜਾ ਸਕਦਾ ਜੇ ਪਤਾ ਹੋਵੇ। ਵੇਦ ਵਿਆਸ ਜੀ ਨੇ ਸੋਚਿਆ ਵੀ ਇਹਨੇ ਇਦਾਂ ਨਹੀਂ ਸਮਝਣਾ, ਉਹਨਾਂ ਨੇ ਫਿਰ ਆਖਿਆ ਵੀ ਇਦਾਂ ਆ ਵੀ ਮੈਂ ਤੇਰਾ
ਭਵਿੱਖ ਦੱਸ ਦੇਣਾ ਵੀ ਤੇਰੇ ਨਾਲ ਇਹ ਕੁਝ ਹੋਣਾ ਹੈ। ਜੇ ਤੂੰ ਬਚ ਸਕੇ ਤਾਂ ਬਚ ਲੈ। ਰਾਜਾ ਪ੍ਰੀਸ਼ਤੋ ਦਾ ਪੁੱਤਰ ਸੀ ਰਾਜਾ ਜਨਮੇਜਾ। ਇਹ ਗੱਲ ਸੁਣ ਕੇ ਉਹ ਕਹਿੰਦਾ ਠੀਕ ਹੈ, ਤੁਸੀਂ ਮੈਨੂੰ ਦੱਸੋ ਭਵਿੱਖ 'ਚ ਮੇਰੇ ਨਾਲ ਕੀ ਹੋਣਾ ਹੈ। ਵੇਦ ਵਿਆਸ ਜੀ ਕਹਿਣ ਲੱਗੇ ਕਾਂਸੀ ਦੇ ਰਾਜੇ ਦੀ ਬੇਟੀ ਨਾਲ ਤੇਰਾ ਵਿਆਹ ਹੋਵੇਗਾ। ਦਾਜ ਦੇ ਵਿੱਚ ਇੱਕ ਗੋਲੀ ਆਵੇਗੀ ਜਿਹਦੇ ਨਾਲ ਤੂੰ ਵਿਆਹ ਕਰਾਵੇਂ। ਉਸ ਤੋਂ ਬਾਅਦ ਤੂੰ ਇੱਕ ਘੋੜੀ ਖਰੀਦੇਂਗਾ ਤੇ ਘੋੜੀ ਤੇ ਬਹਿ ਕੇ ਤੂੰ ਜੰਗਲ 'ਚ ਚਲਾ ਜਾਏਗਾ। ਇੱਕ ਦਰਿਆਈ ਘੋੜਾ ਪ੍ਰਗਟ ਹੋਵੇਗਾ। ਉਹਨਾਂ ਦੇ ਸੰਯੋਗ ਤੋਂ ਇੱਕ ਘੋੜਾ ਵਿਛੇਰਾ ਜਨਮ ਲਏਗਾ ਤੇ ਉਹ ਜਿਹੜਾ ਘੋੜਾ ਛੱਡ ਕੇ ਤੂੰ ਰਾਜਸੂ ਜਗ ਕਰੇਂਗਾ। ਉਸ ਜਗ ਵਿੱਚ ਬ੍ਰਾਹਮਣਾਂ ਦੀਆਂ 18 ਗੋਤਰਾਂ ਸੱਦੇਂਗਾ। ਕਿਸੇ ਕਾਰਨ ਕਰਕੇ ਉਹ ਬ੍ਰਾਹਮਣ ਤੈਨੂੰ ਮਖੌਲ ਕਰਨਗੇ। ਤੂੰ 18 ਗੋਤਰਾਂ ਦੇ ਬ੍ਰਾਹਮਣ ਜਿਹੜੇ ਨੇ ਉਹ ਮਾਰ ਦੇਂਗਾ। ਬ੍ਰਾਹਮਣ ਹੱਤਿਆ ਦਾ ਦੋਸ਼ ਲੱਗੇਗਾ ਤੇ ਤੇਰੇ ਸਰੀਰ ਤੇ ਕੋੜ ਹੋਵੇਗਾ ਤੇ ਮੈਂ ਤੈਨੂੰ ਫਿਰ ਭਾਗਵਤ ਮਹਾਭਾਰਤ ਦੀ ਕਥਾ ਸੁਣਾਵਾਂ। ਉਸ ਕਥਾ ਨੂੰ ਸੁਣ ਕੇ ਤੇਰੇ ਵਡੇਰੇ ਜਦੋਂ ਭੀਮ ਚੰਦ ਦਾ ਇਤਿਹਾਸ ਚੱਲੇਗਾ ਵੀ ਗੰਧਰਵਾਂ ਨਾਲ ਜੰਗ ਕਰਦਿਆਂ ਉਹਨੇ ਹਾਥੀ ਪੂਛ ਤੋਂ ਫੜ ਕੇ ਆਕਾਸ਼ ਵਿੱਚ ਸੁੱਟੇ ਤੇ ਥੱਲੇ ਨਹੀਂ ਆਏ ਤੇ ਤੂੰ ਇਸ ਗੱਲ ਤੋਂ ਮੁਨਕਰ ਹੋ ਜਾਏਗਾ ਵੀ ਮੈਂ ਨਹੀਂ ਮੰਨਦਾ। ਬਸ ਇਹਦੇ ਨਾਲ ਹੀ ਤੇਰੀ ਮੌਤ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ। ਰਾਜੇ ਜਨਮੇਜੇ ਨੂੰ ਮੱਤ ਦੇ ਕੇ ਬਿਆਸ ਜੀ ਨੇ ਉਹਨੂੰ ਚੰਗੀ ਤਰ੍ਹਾਂ ਪੜਾਇਆ, ਸਮਝਾਇਆ ਵੀ ਇਹ ਕੰਮ ਨਾ ਕਰੀ, ਵਰਜ ਦਿੱਤਾ। ਤੇ ਰਾਜਾ ਜਨਮੇਜਾ ਕਹਿੰਦਾ ਵੀ ਹੁਣ ਤਾਂ ਮੈਨੂੰ ਪਤਾ ਲੱਗ ਹੀ ਗਿਆ ਵੀ ਮੇਰੇ ਨਾਲ ਕੀ ਹੋਣਾ, ਮੈਂ ਆਪੇ ਹੀ ਸੰਭਲ ਜਾਵਾਂ। ਕਹਿੰਦਾ ਆਪਾਂ ਉਸ ਗੋਲੀ ਨਾਲ ਵਿਆਹ ਹੀ ਨਹੀਂ ਕਰਾਉਣਾ ਜਿਹੜੀ ਦਾਜ ਚ ਆਵੇਗੀ। ਰਾਜੇ ਜਨਮੇਜੇ ਦਾ ਜਦੋਂ ਕਾਂਸੀ ਦੇ ਰਾਜੇ ਦੀ ਬੇਟੀ ਨਾਲ ਵਿਆਹ ਹੋਇਆ ਤੇ ਦਾਜ ਵਿੱਚ ਇੱਕ ਗੋਲੀ ਆਈ। ਪਹਿਲਾਂ ਤਾਂ ਕਹਿੰਦਾ ਸੀ ਵੀ ਉਹਦੇ ਨਾਲ ਵਿਆਹ ਹੀ ਨਹੀਂ ਕਰਾਉਣਾ ਆਪਾਂ, ਫਿਰ ਸਮਾਂ ਪਾ ਕੇ ਇਹਨੇ ਵਿਆਹ ਕਰਾ ਲਿਆ ਉਹਦੇ ਨਾਲ। ਫਿਰ ਕਹਿੰਦਾ ਮੈਂ ਘੋੜੇ ਖਰੀਦਣੇ ਹੀ ਨਹੀਂ, ਬੰਦ ਕਰ ਦਿਓ ਘੋੜੇ ਖਰੀਦਣੇ। ਕੁਝ ਸਮਾਂ ਲੰਘ ਗਿਆ ਤੇ ਮੰਤਰੀ ਆਇਆ, ਆਖਣ ਲੱਗਾ ਰਾਜਨ ਤਬੇਲੇ ਵਿੱਚ ਘੋੜੇ ਮਰ ਰਹੇ ਨੇ, ਜੇ ਫੌਜਾਂ ਦੇ ਕੋਲ ਘੋੜੇ ਨਾ ਹੋਵਣਗੇ ਤੇ ਆਉਣ ਵਾਲੇ ਸਮੇਂ ਵਿੱਚ ਜੇ ਕਿਤੇ ਦੁਸ਼ਮਣ ਨੇ ਹੱਲਾ ਕਰ ਦਿੱਤਾ ਤੇ ਅਸੀਂ ਕਿਵੇਂ ਮੁਕਾਬਲਾ ਕਰਾਂਗੇ ਦੁਸ਼ਮਣ ਦਾ। ਰਾਜਾ ਜਨਮੇਜਾ ਕਹਿੰਦਾ ਵੀ ਇਸ ਤਰ੍ਹਾਂ ਕਰੋ ਵੀ ਚਲੋ ਆਪਾਂ ਘੋੜੇ ਹੀ ਖਰੀਦਣੇ ਨੇ, ਵੀ ਆਪਾਂ ਘੋੜੀ ਨਹੀਂ ਖਰੀਦਾਂਗੇ, ਵੀ ਘੋੜੇ ਖਰੀਦ ਲਓ। ਹੁਣ ਉਹਨੇ ਘੋੜੇ ਖਰੀਦਣੇ ਵੀ ਸ਼ੁਰੂ ਕਰ ਦਿੱਤੇ। ਇੱਕ ਸੌਦਾਗਰ ਆਇਆ, ਉਹਦੇ ਕੋਲ ਨਾ ਬੜੀ ਸੋਹਣੀ ਘੋੜੀ ਸੀ, ਚੰਗੀ ਨਸਲ ਦੀ। ਉਹਨੇ ਆ ਕੇ ਜਨਮੇਜੇ ਨੂੰ ਉਹਦੇ ਗੁਣ ਦੱਸੇ। ਰਾਜੇ ਦਾ ਮਨ ਜਿਹੜਾ ਸੀ ਉਹ ਚੰਗੀ ਘੋੜੀ ਸੁਣ ਕੇ ਉਹਦੇ ਗੁਣ ਤੇ ਮਨ ਮੋਹਿਤ ਹੋ ਗਿਆ, ਕਹਿੰਦਾ ਖਰੀਦ ਲਓ। ਮੰਤਰੀ ਕਹਿਣ ਲੱਗਾ ਰਾਜਨ ਆਪਾਂ ਘੋੜੀ ਖਰੀਦਣੀ ਨਹੀਂ ਸੀ,
ਤੁਹਾਨੂੰ ਸਭ ਕੁਝ ਪਤਾ ਹੀ ਹੈ। ਕਹਿੰਦਾ ਚਲੋ ਖਰੀਦ ਲਓ, ਮੈਂ ਕਿਹੜਾ ਉਹਦੇ ਤੇ ਚੜਨਾ, ਉਂਝ ਤਬੇਲੇ 'ਚ ਰੱਖ ਲਾ। ਹੁਣ ਘੋੜੀ ਖਰੀਦ ਕੇ ਤਬੇਲੇ 'ਚ ਵੀ ਰੱਖ ਲਈ। ਕਹਿੰਦਾ ਆਪਾਂ ਇਹਦੀ ਸਵਾਰੀ ਨਹੀਂ ਕਰਨੀ। ਕੁਝ ਸਮਾਂ ਲੰਘ ਗਿਆ। ਹੁਣ ਜਦੋਂ ਘੋੜਾ ਤੋਰਿਆ ਨਾ ਜਾਏ, ਤੁਰੇ ਫਿਰੇ ਨਾ, ਤੇ ਉਹਦੀ ਚਾਲ ਮਰ ਜਾਂਦੀ ਆ, ਕਿਸੇ ਕੰਮ ਦਾ ਨਹੀਂ ਰਹਿੰਦਾ। ਤਬੇਲੇ ਵਿੱਚ ਘੁੰਮਦਾ ਘੁੰਮਦਾ ਜਦੋਂ ਰਾਜਾ ਗਿਆ ਤੇ ਉਹਨੇ ਘੋੜੀ ਵੇਖੀ, ਆਖਦਾ ਚਲੋ ਇਹਦੇ 'ਚ ਮੈਂ ਸਵਾਰ ਹੋ ਕੇ ਤਾਂ ਦੇਖਾਂ ਵੀ ਸੌਦਾਗਰ ਤਾਂ ਬੜੇ ਗੁਣ ਦੱਸਦਾ ਸੀ, ਇਹਦੇ ਵੀ ਘੱਟੋ ਘੱਟ ਸਵਾਰ ਹੋ ਕੇ ਵੇਖ ਤਾਂ ਲਵਾਂ ਵੀ ਦੌੜਦੀ ਕਿੱਦਾਂ। ਮੰਤਰੀ ਫੇਰ ਕਹਿੰਦਾ ਵੀ ਆਪ ਜੀ ਨੇ ਘੋੜੀ ਦੀ ਸਵਾਰੀ ਨਹੀਂ ਸੀ ਕਰਨੀ। ਕਹਿੰਦਾ ਚਲੋ ਮੈਂ ਕਿਹੜਾ ਕਿਤੇ ਬਾਹਰ ਜਾਣਾ, ਇੱਥੇ ਇੱਥੇ ਹੀ ਫੇਰ ਲੈਣਾ ਤਬੇਲੇ ਵਿੱਚ। ਵੇਖੋ ਭਾਵੀ ਮਨੁੱਖ ਨੂੰ ਕਿੱਧਰ ਤੋਰਦੀ ਹੈ, ਪਤਾ ਵੀ ਸੀ ਉਹਨੂੰ। ਰਾਜਾ ਜਨਮੇਜਾ ਘੋੜੀ ਉੱਪਰ ਸਵਾਰ ਹੋ ਗਿਆ। ਹੁਣ ਉਹਦੀ ਚਾਲ ਬੜੀ ਸੋਹਣੀ ਸੀ ਤੇ ਉਹਨੇ ਘੋੜੀ ਦੌੜਾ ਲਈ ਤੇ ਉਹ ਦੌੜਦੀ ਦੌੜਦੀ ਜੰਗਲ ਨੂੰ ਚਲੀ ਗਈ। ਤੇ ਜਿੱਥੇ ਦਰਿਆ ਸੀ ਤੇ ਦਰਿਆ ਦੇ ਕੰਢੇ ਤੇ ਰਾਜਾ ਉਹਨੂੰ ਥਕਾਵਟ ਹੋ ਗਈ ਤੇ ਘੋੜੀ ਤੋਂ ਹੇਠਾਂ ਉਤਰਿਆ, ਘੋੜੀ ਬੰਨ ਕੇ ਨਾ ਤੇ ਆਪ ਸੌਂ ਗਿਆ। ਦਰਿਆਈ ਘੋੜਾ ਪ੍ਰਗਟ ਹੋਇਆ ਤੇ ਕੁਝ ਸਮੇਂ ਬਾਅਦ ਜਦੋਂ ਰਾਜੇ ਨੂੰ ਜਾਗ ਆਈ ਤੇ ਉਹ ਘੋੜੀ ਤੇ ਸਵਾਰ ਹੋ ਕੇ ਵਾਪਸ ਆ ਗਿਆ। ਉਸ ਘੋੜੀ ਤੋਂ ਇੱਕ ਵਛੇਰੇ ਨੇ ਜਨਮ ਲਿਆ। ਬੜਾ ਸੋਹਣਾ ਸੀ ਉਹ, ਕੰਨਾਂ ਦਾ ਰੰਗ ਹੋਰ, ਬਾਕੀ ਸਰੀਰ ਦਾ ਰੰਗ ਹੋਰ। ਇਹਨੇ ਰਾਜਸੂ ਜਗ ਕੀਤਾ ਰਾਜੇ ਜਨਮੇਜੇ ਨੇ। ਪਹਿਲਾਂ ਘੋੜਾ ਛੱਡਿਆ, ਉਹ ਸਮੇਂ ਦੀ ਜਿਹੜੀ ਰੀਤ ਸੀ ਵੀ ਜਿਹੜਾ ਘੋੜਾ ਫੜੇਗਾ ਤੇ ਉਹ ਮੇਰੇ ਨਾਲ ਜੰਗ ਕਰੇਗਾ ਤੇ ਬਾਕੀ ਸਾਰੇ ਮੇਰੀ ਈਨ ਮੰਨ ਲੈਣ। ਹੁਣ ਉਹ ਘੋੜਾ ਕਿਸੇ ਨੇ ਫੜਿਆ ਨਹੀਂ ਸੀ, ਕਿਉਂਕਿ ਬੜਾ ਮਹਾਂਬਲੀ ਸੀ। ਸਾਰੇ ਰਾਜਿਆਂ ਨੇ ਰਾਜੇ ਜਨਮੇਜੇ ਦੀ ਅਧੀਨਗੀ ਕਬੂਲ ਕਰ ਲਈ। ਫਿਰ ਇਹਨੇ ਰਾਜਸੂ ਜਗ ਕੀਤਾ। ਉਸ ਜਗ ਦੇ ਅੰਦਰ ਬ੍ਰਾਹਮਣਾਂ ਦੀਆਂ 18 ਗੋਤਰਾਂ ਇਹਨੇ ਸਦੀਆਂ। ਜਦੋਂ ਭਾਰੀ ਜਗ ਹੋਇਆ ਤੇ ਇਹ ਬ੍ਰਾਹਮਣਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਾ। ਸਾਰੇ ਪੰਕਤੀ ਬਣਾ ਕੇ, ਲਾਈਨ ਬਣਾ ਕੇ ਬਹਿ ਗਏ। ਇਹਦੀ ਜਿਹੜੀ ਉਹ ਰਾਣੀ ਸੀ ਨਾ, ਜਿਹੜੀ ਗੋਲੀ ਸੀ, ਇਹਦੇ ਦੋ ਪੱਖ ਨੇ ਇਹਦੇ ਵਿੱਚ। ਕਹਿੰਦੇ ਜਦੋਂ ਵੀ ਉਹ ਪ੍ਰਸ਼ਾਦਾ ਵਰਤਾਨ ਆਇਆ ਕਰੇ ਨਾ, ਉਹ ਹਰ ਵਾਰੀ ਸਾੜੀ ਬਦਲ ਕੇ ਆਇਆ ਕਰੇ, ਕੱਪੜੇ ਬਦਲ ਕੇ ਆਇਆ। ਹੁਣ ਉਹਨਾਂ ਦੇ ਵਿੱਚ ਕੁਝ ਨੌਜਵਾਨ ਬ੍ਰਾਹਮਣ ਬੈਠੇ ਹੋਏ, ਉਹ ਆਖਦੇ ਨੇ ਵੀ ਇਹ ਰਾਣੀ ਉਹੀ ਹੈ ਕਿ ਕੋਈ ਹੋਰ ਹੈ, ਵੀ ਰਾਣੀਆਂ ਬਦਲ ਬਦਲ ਕੇ ਆ ਰਹੀਆਂ ਨੇ ਕਿ ਜਾਂ ਫਿਰ ਉਹੀ ਹੈ, ਵੀ ਸਮਝ ਨਹੀਂ ਆ ਰਹੀ ਵੀ ਇਹ ਕੌਣ। ਇਤਿਹਾਸਕਾਰ ਲਿਖਦੇ ਵੀ ਉਹਨਾਂ ਦੇ ਵਿੱਚ ਉਹਨਾਂ ਇੱਕ ਨੌਜਵਾਨ ਨੇ ਕੀ ਕੀਤਾ ਵੀ ਉਹ ਖੀਰ ਜਿਹੜੀ ਸੀ ਨਾ, ਉਹ ਖੀਰ ਦਾ ਛਿੱਟਾ ਉਹਦੇ ਪੈਰ ਤੇ ਪਾ ਦਿੱਤਾ ਜਾਣ ਕੇ, ਵੀ ਪਤਾ ਲੱਗ ਜਾਏਗਾ ਵੀ ਉਹੀ ਹੈ ਕਿ ਵੀ ਬਦਲ ਬਦਲ ਕੇ ਰਾਣੀਆਂ ਆਉਂਦੀਆਂ। ਉਹ ਫਿਰ ਦੁਬਾਰਾ ਵਾਪਸ ਗਈ, ਉਹਨੇ ਕੱਪੜੇ ਬਦਲੇ ਤੇ ਫਿਰ ਆ ਗਈ। ਉਹ ਜਦੋਂ ਪੈਰ ਤੇ ਖੀਰ ਦਾ ਛਿੱਟਾ ਵੇਖਿਆ ਤੇ ਕਹਿੰਦੇ ਜੀ ਹੱਸ ਪਇਓ। ਉਹ ਆਖਦੇ ਤਾਂ ਉਹੀ ਹੈ ਵੀ ਬਾਰ-ਬਾਰ ਕੱਪੜੇ ਬਦਲ ਕੇ ਆਉਂਦੀ, ਇਹ ਰਾਣੀ ਕੋਈ ਹੋਰ ਥੋੜਾ। ਉਹਨਾਂ ਹੁਣ ਮਖੌਲ ਕੀਤਾ, ਉਹ ਤਾਂ ਆਪਸ ਵਿੱਚ ਹੱਸਣ ਲੱਗ ਪਏ। ਇਹ ਗੱਲ ਜਦੋਂ ਰਾਜੇ ਜਨਮੇਜੇ ਨੂੰ ਪਤਾ ਲੱਗੀ ਤੇ ਉਹਨੂੰ ਗੁੱਸਾ ਲੱਗਿਆ ਇਸ ਗੱਲ ਦਾ। ਤੇ ਦੂਜੀ ਜਿਹੜੀ ਗੱਲ ਪ੍ਰਚਲਿਤ ਹੈ ਕਿ ਹਵਾ ਦੇ ਚੱਲਣ ਕਰਕੇ ਜਦੋਂ ਰਾਣੀ ਦਾ ਬਸਤਰ ਉੱਡਿਆ ਤੇ ਬੇਪਰਦਾ ਹੋਈ ਤੇ ਉੱਥੇ ਬੈਠੇ ਹੋਏ ਜਿਹੜੇ ਬ੍ਰਾਹਮਣ ਸਨ ਉਹ ਹੱਸ ਪਏ। ਤੇ ਰਾਜੇ ਜਨਮੇਜੇ ਨੂੰ ਇਸ ਗੱਲ ਦਾ ਕ੍ਰੋਧ ਆ ਗਿਆ।
ਉਹਨੇ 18 ਗੋਤਰਾਂ ਦੇ ਜਿਹੜੇ ਬ੍ਰਾਹਮਣ ਸਨ ਉਹਨਾਂ ਨੂੰ ਸਾੜ ਕੇ ਮਾਰਿਆ, ਖੀਰ ਦੇ ਕੜਾਹਿਆਂ ਵਿੱਚ ਸੁੱਟ ਕੇ, ਤੇਲ ਦੇ ਕੜਾਹਿਆਂ ਵਿੱਚ ਸੁੱਟ ਕੇ, ਭਖਦੀ ਹੋਈ ਅੱਗ ਦੇ ਉੱਤੇ ਉਹਨਾਂ ਨੂੰ ਸਾੜ ਕੇ ਮਾਰ ਦਿੱਤਾ, 18 ਗੋਤਰਾਂ ਦੇ ਬ੍ਰਾਹਮਣ। ਹੁਣ ਸ਼ਾਸਤਰਾਂ ਵਿੱਚ ਜਿਹੜਾ ਬਚਨ ਲਿਖਿਆ ਗਿਆ ਉਹਦੇ ਮੁਤਾਬਕ ਕਹਿੰਦੇ ਵੀ ਬ੍ਰਾਹਮਣ ਹੱਤਿਆ ਦਾ ਦੋਸ਼ ਰਾਜੇ ਜਨਮੇਜੇ ਨੂੰ ਲੱਗਿਆ, ਉਹਦਾ ਸਰੀਰ ਕੋੜੀ ਹੋ ਗਿਆ, ਸਾਰਾ ਹੀ ਸਰੀਰ ਤੇ ਕੋੜ ਪੈ ਗਿਆ। ਫਿਰ ਵੇਦ ਵਿਆਸ ਜੀ ਆਏ, ਮਹਾਭਾਰਤ ਦੇ 18ਵੇਂ ਪਰਬ ਦੀ ਕਥਾ ਸੁਣਾਉਣ ਲੱਗੇ। ਨਾਲੇ ਕਹਿੰਦੇ ਰਾਜਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਹੋਣਹਾਰੀ ਕਦੇ ਟਲਦੀ ਨਹੀਂ, ਵੇਖ ਲੈ ਤੇਰੇ ਨਾਲ ਕੀ ਕੁਝ ਹੋ ਗਿਆ। ਰਿਸ਼ੀ ਵੇਦ ਵਿਆਸ ਜੀ ਜਦੋਂ ਕਥਾ ਸੁਣਾ ਰਹੇ ਸਨ, ਜਿਉਂ-ਜਿਉਂ ਕਥਾ ਸੁਣਦਾ ਤਿਉਂ-ਤਿਉਂ ਸਰੀਰ ਦਾ ਜਿਹੜਾ ਕੋੜ ਦਾ ਰੋਗ ਸੀ ਉਹ ਨਿਵਰਤ ਹੁੰਦਾ ਗਿਆ। ਕਹਿੰਦੇ ਥੋੜਾ ਜਿਹਾ ਕੋੜ ਦਾ ਰੋਗ ਰਹਿ ਗਿਆ ਸੀ ਨੱਕ ਦੇ ਉੱਤੇ। ਉਹਦਾ ਕਾਰਨ ਕੀ ਸੀ? ਜਦੋਂ ਉਹਨਾਂ ਨੇ ਕਥਾ ਵਿੱਚ ਇਹ ਪ੍ਰਸੰਗ ਸੁਣਾਇਆ ਨਾ ਕਿ ਜਦੋਂ ਗੰਧਰਵਾਂ ਨਾਲ ਜੰਗ ਕਰਦਿਆਂ ਭੀਮ ਨੇ ਹਾਥੀ ਨੂੰ ਪੂਛ ਤੋਂ ਫੜ ਕੇ ਆਕਾਸ਼ ਵਿੱਚ ਵਗਾ ਕੇ ਸੁੱਟਿਆ ਤੇ ਉਹ ਜਿਹੜੇ ਹਾਥੀ ਅੱਜ ਤਾਈਂ ਧਰਤੀ ਤੇ ਵਾਪਸ ਨਹੀਂ ਆਏ। ਇਹ ਗੱਲ ਸੁਣ ਕੇ ਉਹਨੇ ਨੱਕ ਚੜਾ ਦਿੱਤੀ, ਕਹਿੰਦਾ ਜੀ ਮੈਂ ਨਹੀਂ ਮੰਨਦਾ, ਇਦਾਂ ਕਿਵੇਂ ਹੋ ਸਕਦਾ ਵੀ ਹਾਥੀ ਕਿੱਡਾ ਵੱਡਾ ਹੁੰਦਾ। ਤੇ ਭੀਮ ਨੇ ਪੂਛ ਤੋਂ ਫੜ ਕੇ ਹਾਥੀ ਆਕਾਸ਼ ਵਿੱਚ ਕਿਵੇਂ ਸੁੱਟ ਦਿੱਤੇ, ਆਪਾਂ ਤਾਂ ਨਹੀਂ ਮੰਨਣ ਲਈ ਤਿਆਰ। ਚਲੋ ਇੱਕ ਗੱਲ ਜੇ ਮੰਨ ਵੀ ਲਵਾਂ ਵੀ ਭੀਮ ਨੇ ਹਾਥੀ ਆਕਾਸ਼ ਵਿੱਚ ਸੁੱਟੇ ਤੇ ਰਿਸ਼ੀ ਜੀ ਤੁਸੀਂ ਆਖਦੇ ਪਏ ਵੀ ਅਜੇ ਤਾਈਂ ਧਰਤੀ ਤੇ ਵਾਪਸ ਵੀ ਨਹੀਂ ਆਏ। ਆਕਾਸ਼ ਵੱਲ ਸੁੱਟੀ ਹੋਈ ਚੀਜ਼ ਆਪਣੇ ਆਪ ਧਰਤੀ ਵੱਲ ਆ ਜਾਂਦੀ ਹੈ। ਇਹ ਕਿੱਦਾਂ ਹੋ ਸਕਦਾ ਵੀ ਪਹਿਲਾਂ ਏਡੇ ਵੱਡੇ ਵੱਡੇ ਹਾਥੀ ਆਕਾਸ਼ ਵਿੱਚ ਮਾਰੇ ਚੁੱਕ ਕਿਉਂ ਨਹੀਂ? ਇੱਕ ਅੱਧਾ ਵੀ ਨਹੀਂ, ਕਈ ਮਾਰੇ ਤੇ ਫਿਰ ਧਰਤੀ ਨੂੰ ਵਾਪਸ ਵੀ ਨਹੀਂ ਮੁੜੇ। ਆਪਾਂ ਮੰਨਣ ਲਈ ਤਿਆਰ ਨਹੀਂ। ਇਸ ਗੱਲ ਕਰਕੇ ਰਾਜੇ ਜਨਮੇਜੇ ਦੀ ਨੱਕ ਦੇ ਉੱਤੇ ਕੋੜ ਦਾ ਰੋਗ ਰਹਿ ਗਿਆ, ਕਿਉਂਕਿ ਉਹਨੇ ਨੱਕ ਮਰੋੜ ਦਿੱਤੀ ਸੀ ਨਾ ਵੀ ਆਪਾਂ ਨਹੀਂ ਮੰਨਦੇ। ਉਹਦੇ ਕਰਕੇ ਰਾਜੇ ਜਨਮੇਜੇ ਦੀ ਮੌਤ ਹੋ ਗਈ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕਲੀ ਕੀ ਵਾਰ ਅੰਦਰ ਇਹ ਬਚਨ ਉਚਾਰਨ ਕਰਦੇ, ਰਾਜਾ ਜਨਮੇਜਾ ਹੋਏ ਗਿਆ ਇੱਕ ਹੀ ਕਾਰਨ ਪਾਪੀ ਪਿਆ। ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਜਾ ਜਨਮੇਜਾ ਦੇ ਮੱਤੀ ਬਰਜ ਬਿਆਸ ਪੜਾਇਆ। ਰਾਜੇ ਜਨਮੇਜੇ ਨੂੰ ਵੇਦ ਵਿਆਸ ਜੀ ਨੇ ਮਤ ਦੇ ਕੇ ਉਹਨੂੰ ਬਰਜ ਦਿੱਤਾ ਵੀ ਇਹ ਕੁਝ ਤੇਰੇ ਨਾਲ ਹੋਣਾ, ਇਹ ਕੰਮ ਨਾ ਕਰੀ। ਉਹਨਾਂ ਨੇ ਬੜਾ ਸਮਝਾਇਆ ਉਸ ਨੂੰ। ਤਿੰਨ ਕਰ ਜਗ 18 ਹੈ ਘਾਏ, ਕਿਰਤ ਨਾ ਚਲੈ ਚਲਾਇਆ। ਉਹਨੇ ਕਹਿੰਦੇ ਰਾਜਸੂ ਜਗ ਕਰਕੇ ਉਸ ਜਗ ਦੇ ਅੰਦਰ ਬ੍ਰਾਹਮਣਾਂ ਦੀਆਂ 18 ਗੋਤਰਾਂ ਮਾਰ ਦਿੱਤੀਆਂ। ਤਿੰਨ ਕਰ ਜਗ 18 ਹੈ ਘਾਏ, 18 ਗੋਤਰਾਂ ਦੇ ਬ੍ਰਾਹਮਣ ਮਾਰ ਦਿੱਤੇ ਉਹਨੇ। ਸਰੀਰ ਕੋੜੀ ਹੋ ਗਿਆ। ਕਥਾ ਤੇ ਸ਼ੰਕਾ ਕਰਨੇ ਕਰਕੇ ਮੌਤ ਵੀ ਹੋ ਗਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਿ ਮਨੁੱਖ ਜੇ ਆਪਣਾ ਬਲ ਚਲਾਣਾ ਚਾਹੇ, ਕਹਿੰਦੇ ਕਦਾਚਿਤ ਵੀ ਉਸ ਪਰਮੇਸ਼ਰ ਦੇ ਸਾਹਮਣੇ ਇਹਦਾ ਬਲ ਨਹੀਂ ਚੱਲ ਸਕਦਾ, ਕਿਉਂਕਿ ਜੋ ਅਕਾਲ ਪੁਰਖ ਨੇ ਕਰ ਦਿੱਤਾ, ਜੋ ਕਹਿ ਦਿੱਤਾ, ਜੋ ਉਹਦਾ ਹੁਕਮ ਚੱਲ ਗਿਆ, ਉਹ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਭਾਵੀ ਨੂੰ ਵੀ ਕੋਈ ਰੋਕ ਸਕਦਾ, ਹੋਣਹਾਰੀ ਨੂੰ ਵੀ ਕਦੇ ਕੋਈ ਟਾਲ ਸਕਦਾ,
ਮਹਾਰਾਜ ਕਹਿੰਦੇ ਸਾਹਾ ਹੁਕਮ ਨਾ ਟਲੈ। ਉਸ ਕਰਤੇ ਅਕਾਲ ਪੁਰਖ ਦਾ ਜਿਹੜਾ ਹੁਕਮ ਹੈ ਨਾ, ਉਹ ਨਹੀਂ ਕਦੇ ਟਲਿਆ, ਅੱਜ ਤਾਈਂ ਨਹੀਂ ਕਦੇ ਟਲਿਆ। ਜਦੋਂ ਉਸ ਮਾਲਕ ਨੇ ਹੁਕਮ ਵਰਤਾ ਦਿੱਤਾ, ਜੋ ਹੁਕਮ ਕਰ ਦਿੰਦਾ ਉਹੀ ਕੁਝ ਹੋ ਜਾਂਦਾ। ਮਨੁੱਖ ਦੁਆਰਾ ਕੀਤੇ ਹੋਏ ਸਾਰੇ ਉਪਾਅ, ਕੀਤੇ ਹੋਏ ਸਾਰੇ ਯਤਨ ਜਿਹੜੇ ਨੇ ਉਹ ਵਿਅਰਥ ਚਲੇ ਜਾਂਦੇ। ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੁੰਦਾ, ਤੇ ਜੋ ਉਹਨੇ ਹੁਕਮ ਕਰ ਦਿੱਤਾ ਉਹਦੇ ਸਾਹਮਣੇ ਮਨੁੱਖ ਦਾ ਫਿਰ ਵਸ ਨਹੀਂ ਚੱਲਦਾ। ਇੱਕ ਬਚਨ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪਾਂ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਨਾ, 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਵਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਹੋ ਕਹਾ ਕਰੇ। ਅਕਾਲ ਪੁਰਖ ਨੇ ਸਾਨੂੰ ਕਿੰਨੀਆਂ ਵਸਤੂਆਂ ਦਿੱਤੀਆਂ, ਅਸੀਂ 10 ਵਸਤੂਆਂ ਰੱਬ ਕੋਲੋਂ ਲੈ ਲਈਆਂ, ਆਖਿਆ ਵੀ ਆਹ ਚੀਜ਼ ਨਹੀਂ ਮਿਲੀ ਮੈਨੂੰ। ਹੁਣ ਇੱਕ ਦੇ ਬਦਲੇ ਜੋ ਪਹਿਲੀਆਂ 10 ਮਿਲੀਆਂ ਨੇ ਉਹ ਵਿਅਰਥ ਕਰ ਦਿੱਤੀਆਂ। ਵਾਹਿਗੁਰੂ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੋਇਆ। ਅਗਰ ਇੱਕ ਚੀਜ਼ ਨਾ ਮਿਲੇ ਤੇ ਮਨੁੱਖ ਪਰਮੇਸ਼ਰ ਤੇ ਉਂਗਲ ਚੁੱਕ ਦਿੰਦਾ ਵੀ ਰੱਬ ਤਾਂ ਹੈ ਹੀ ਕੋਈ। ਸਤਿਗੁਰੂ ਕਹਿੰਦੇ ਨੇ, ਜਿਹੜੀ ਚੀਜ਼ ਤੂੰ ਮੰਗ ਰਿਹਾ ਏਕ ਭੀ ਨਾ ਦੇ, ਜੇ ਵਾਹਿਗੁਰੂ ਤੈਨੂੰ ਉਹ ਵੀ ਨਾ ਦੇਵੇ, 10 ਭੀ ਹਿਰ ਲੈ, ਜਿਹੜੀਆਂ ਪਹਿਲੀਆਂ 10 ਵਸਤੂਆਂ ਪਰਮੇਸ਼ਰ ਨੇ ਤੈਨੂੰ ਦਿੱਤੀਆਂ, ਜੇ ਤੇਰੇ ਕੋਲੋਂ ਉਹ ਵੀ ਖੋਹ ਲਵੇ, ਤਉ ਮੂੜਾ ਕਹੋ ਕਹਾ ਕਰੇ। ਹੇ ਮੂਰਖ, ਦੱਸ ਫਿਰ ਤੂੰ ਰੱਬ ਦਾ ਕੀ ਵਿਗਾੜਦਾ? ਜੋ ਨਾ ਦੇਵੇ ਤੇ ਪਹਿਲੀਆਂ ਵੀ ਖੋਹ ਲਵੇ, ਫਿਰ ਤੂੰ ਉਹਦਾ ਕੀ ਵਿਗਾੜਦਾ? ਮਹਾਰਾਜ ਕਹਿੰਦੇ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰ। ਜਿਹਦੇ ਸਾਹਮਣੇ ਕੋਈ ਬਲ ਨਹੀਂ ਚੱਲਦਾ, ਜਿਹਦੇ ਸਨਮੁਖ ਕੋਈ ਤਾਕਤ ਨਹੀਂ ਚੱਲਦੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਦੋਨੇ ਹੱਥ ਜੋੜ ਕੇ ਨਮਸਕਾਰ ਹੀ ਕਰਨੀ ਚਾਹੀਦੀ ਹੈ, ਤੇ ਉਹਦੀ ਆਗਿਆ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ। ਮਹਾਰਾਜ ਜੀ ਕਹਿੰਦੇ, ਭਾਵੇਂ ਰਾਜੇ ਜਨਮੇਜੇ ਨੂੰ ਪਤਾ ਸੀ ਵੀ ਮੇਰੇ ਨਾਲ ਇਹ ਕੁਝ ਹੋਣਾ ਹੈ, ਉਹਦੇ ਬਾਵਜੂਦ ਵੀ ਉਹਨੇ ਯੱਗ ਕਰਕੇ 18 ਗੋਤਰਾਂ ਦੇ ਬ੍ਰਾਹਮਣ ਮਾਰ ਦਿੱਤੇ। ਤੇ ਸਤਿਗੁਰੂ ਜੀ ਕਹਿੰਦੇ, ਇਸ ਮਨੁੱਖ ਦੀ ਭਾਈ ਕਿਰਤ ਜਿਹੜੀ ਆ, ਉਸ ਪਰਮੇਸ਼ਰ ਦੇ ਸਨਮੁਖ ਚਲਾਇਆ ਚੱਲਦੀ ਨਹੀਂ। ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਮੈਂ ਗਿਣਤੀ ਨਹੀਂ ਗਿਣਦਾ ਕਰਮਾਂ, ਮੈਂ ਕਰਮ ਧਰਮ ਦੀ ਗਿਣਤੀ ਨਹੀਂ ਗਿਣਦਾ। ਮੈਂ ਇਹ ਕਰਮ ਕਰ ਰਿਹਾ, ਮੈਂ ਇਸ ਤਰ੍ਹਾਂ ਕਰਮ ਕਰ ਰਿਹਾ, ਮੈਂ ਇੰਨੇ ਕਰਮ ਕਰ ਲਏ। ਹੁਕਮ ਪਛਾਣਾ, ਤੇਰੇ ਹੁਕਮ ਦੀ ਮੈਂ ਪਛਾਣ ਕਰਦਾ ਹਾਂ। ਜੋ ਕੁਝ ਮੈਂ ਕਰ ਰਿਹਾ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ, ਜੋ ਤੁਸੀਂ ਮੇਰੇ ਕੋਲੋਂ ਕਰਾ ਰਹੇ ਹੋ, ਇਹ ਤੁਹਾਡੀ ਆਗਿਆ, ਇਹ ਤੁਹਾਡਾ ਹੁਕਮ ਹੈ। ਬੋਲੀ ਭਾਏ ਸੁਭਾਈ, ਤੇ ਆਪਣੀ ਰਸਨਾ ਦੇ ਨਾਲ ਮੈਂ ਪ੍ਰੇਮ ਵਾਲੀ ਬੋਲੀ ਬੋਲਦਾ। ਆਪ ਜੀ ਦੇ ਸਨਮੁਖ ਪ੍ਰੇਮ ਵਾਲੀ ਬੋਲੀ। ਭਾਖਿਆ ਭਾਉ ਅਪਾਰ, ਪਰਮੇਸ਼ਰ ਦੀ ਭਾਖਿਆ ਬੋਲੀ ਕਿਹੜੀ ਕਹਿੰਦੇ ਜੀ? ਪ੍ਰੇਮ। ਉਹਦੀ ਬੋਲੀ ਪ੍ਰੇਮ ਹੈ, ਤੇ ਉਹ ਪ੍ਰੇਮ ਦੀ ਬੋਲੀ ਹੀ ਸਮਝਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਉਸ ਵਾਹਿਗੁਰੂ ਦੇ ਸਨਮੁਖ ਮੈਂ ਪ੍ਰੇਮ ਦੀ ਬੋਲੀ ਨੂੰ ਬੋਲਣਾ ਕਰਦਾ ਹਾਂ। ਜੋ ਕਿਛ ਵਰਤੈ ਤੁਧੈ ਸਲਾਹੀ, ਸਭ ਤੇਰੀ ਵਡਿਆਈ। ਜੋ ਕੁਝ ਵਰਤਦਾ ਵਾਹਿਗੁਰੂ, ਇਹ ਤੁਹਾਡਾ ਹੁਕਮ ਹੀ, ਇਹਨੂੰ ਨਹੀਂ ਟਾਲਿਆ ਜਾ ਸਕਦਾ। ਜੋ ਕੁਝ ਵਰਤ ਰਿਹਾ ਉਸ ਨੂੰ ਵੇਖ ਕੇ ਤੁਧੈ ਸਲਾਹੀ, ਮੈਂ ਤੁਹਾਨੂੰ ਹੀ ਸਲਾਹੁੰਦਾ ਹਾਂ, ਤੁਹਾਨੂੰ ਹੀ ਵਡਿਆਉਂਦਾ।
ਸਭ ਤੇਰੀ ਵਡਿਆਈ। ਇਹ ਸਭ ਆਪ ਜੀ ਦੀ ਵਡਿਆਈ। ਇੱਥੇ ਵਡਿਆਈ ਦਾ ਆਖਰੀ ਅਰਥ ਹੈ ਇੱਛਾ। ਇਹ ਸਭ ਆਪ ਜੀ ਦੀ ਇੱਛਾ ਹੈ, ਜੋ ਤੁਹਾਡੀ ਇੱਛਾ ਹੈ ਉਹਦੇ ਮੁਤਾਬਕ ਸੰਸਾਰ ਦੇ ਵਿੱਚ ਸਾਰਾ ਕੁਝ ਵਰਤਦਾ ਹੈ। ਗੁਰਮੁਖ ਅਲਪਤ ਲੇਪ ਕਦੇ ਨਾ ਲਾਗੈ, ਸਦਾ ਰਹੈ ਸਰਨਾਈ। ਜਿਹੜੇ ਗੁਰਮੁਖ ਜਨ ਨੇ ਉਹ ਅਲਪਤ ਨੇ, ਉਹਨਾਂ ਨੂੰ ਕਦੇ ਮਾਇਆ ਦਾ ਲੇਪ ਨਹੀਂ ਲੱਗਦਾ। ਮਾਇਆ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਹਦੇ ਤੋਂ ਨਿਰਲੇਪ ਬਣ ਕੇ ਰਹਿੰਦੇ, ਇਹਦੇ ਤੋਂ ਪਰੇ ਹੋ ਕੇ ਰਹਿੰਦੇ। ਭਾਵੇਂ ਸਾਡੇ ਵਾਂਗੂ ਸਮਾਜ ਵਿੱਚ ਵਿਚਰਦੇ ਨੇ, ਕਿਰਤ ਵਿਰਤ ਕਰਦੇ ਨੇ, ਸਭ ਕੁਝ ਕਰਦੇ ਨੇ, ਪਰ ਉਹਨਾਂ ਦਾ ਮਨ ਜਿਹੜਾ ਹੈ ਉਹ ਸਦਾ ਹੀ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਖੇਡ ਤਾਂ ਸਾਰੀ ਮਨ ਦੀ ਹੈ। ਕਈ ਵਾਰੀ ਸੰਗਤ ਕਰਦਿਆਂ ਸਾਡਾ ਮਨ ਵਿਕਾਰੀ ਹੁੰਦਾ, ਖਿਮਾ ਕਰਿਓ ਜੀ। ਆਪਾਂ ਸੰਗਤ ਵਿੱਚ ਬੈਠੇ ਹੁੰਦੇ ਆ, ਮਨ ਸਾਡਾ ਕਿਤੇ ਹੋਰ ਹੁੰਦਾ। ਤੇ ਕਈ ਵਾਰੀ ਘਰ ਦੇ ਵਿੱਚ ਬੈਠਿਆਂ ਸਾਨੂੰ ਗੁਰੂ ਚੇਤੇ ਆਉਂਦਾ ਵੀ ਚਲੋ ਗੁਰਦੁਆਰਾ ਸਾਹਿਬ ਚੱਲੀਏ, ਬਾਣੀ ਪੜ੍ਹੀਏ। ਘਰ ਦੇ ਵਿੱਚ ਬੈਠਿਆਂ ਵੀ ਗੁਰੂ ਚੇਤੇ ਆ ਰਹੇ ਆ, ਉਦੋਂ ਮਨ ਜਿਹੜਾ ਗੁਰੂ ਦੇ ਵਿੱਚ ਹੈ। ਤੇ ਕਈ ਵਾਰੀ ਸੰਗਤ ਵਿੱਚ ਬੈਠਿਆਂ ਸਾਡਾ ਮਨ ਬਾਹਰ ਭਟਕਦਾ ਹੁੰਦਾ ਹੈ, ਮਨ ਸਾਡਾ ਠੋਕਰਾਂ ਖਾਂਦਾ ਹੁੰਦਾ, ਜਾ ਕੇ ਬਾਹਰ ਵਿਸ਼ੇ ਵਿਕਾਰਾਂ ਦੀ ਚਿਤਵਨੀ ਚਿਤ ਅੰਦਰ ਚਿਤਵਦਾ ਰਹਿੰਦਾ ਹੈ। ਸਤ ਸੰਗਤ ਵਿੱਚ ਬੈਠਿਆਂ ਵੀ ਮਾਇਆ ਦਾ ਲੇਪ ਮਨ ਨੂੰ ਲੱਗੀ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਜਿਹੜਾ ਐਸਾ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ, ਉਹ ਕਿਤੇ ਵੀ ਹੋਵਣ ਉਹ ਸਦਾ ਨਿਰਲੇਪ ਹੀ ਰਹਿੰਦੇ ਨੇ। ਉਹਨਾਂ ਦਾ ਮਨ ਕਦੇ ਮਾਇਆ ਵਿੱਚ ਵਿਕਾਰਾਂ ਵਿੱਚ ਲਪਾਏਮਾਨ ਨਹੀਂ ਹੁੰਦਾ। ਧਰਮ ਸ਼ਾਸਤਰਾਂ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਿਹੜਾ ਮਨੁੱਖ ਹੈ, ਮੰਨ ਲਓ ਕਿ ਕਿਤੇ ਮਾੜੇ ਗੁਆਂਢ ਵਿੱਚ ਵੀ ਜਾ ਕੇ ਵਸ ਜਾਏ, ਜਿੱਥੇ ਕੁਸੰਗੀ ਰਹਿੰਦੇ ਹੋਵਣ, ਕਹਿੰਦੇ ਮਨ ਜਿਹੜਾ ਹੈ ਉਹ ਸਾਧ ਸਮਾਗਮ ਵਿੱਚ ਹੀ ਰਹਿਣਾ ਚਾਹੀਦਾ। ਮਨ ਸਾਧੂਆਂ ਦੀ ਸੰਗਤ ਵਿੱਚ ਹੀ ਰਹਿਣਾ ਚਾਹੀਦਾ। ਭਾਵੇਂ ਕਿਤੇ ਵੀ ਰਹਿੰਦੇ ਹੋਵੋ, ਮਾੜੇ ਲੋਕਾਂ ਦੀ ਕਈ ਵਾਰੀ ਸੰਗਤ ਮਿਲ ਹੀ ਜਾਂਦੀ, ਕੋਈ ਨਾ ਕੋਈ ਟੱਕਰ ਹੀ ਜਾਂਦਾ, ਸਾਨੂੰ ਕੀ ਪਤਾ ਵੀ ਕੌਣ ਕਿਹੋ ਜਿਹਾ। ਪਰ ਤੁਹਾਡਾ ਮਨ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਹੋਣਾ ਚਾਹੀਦਾ। ਜਦੋਂ ਮਨ ਸਤਿਗੁਰਾਂ ਦੇ ਚਰਨਾਂ ਵਿੱਚ ਹੋਵੇਗਾ, ਫਿਰ ਮਾਇਆ ਵਿੱਚ ਮਨ ਜਿਹੜਾ ਲਪਾਏਮਾਨ ਨਹੀਂ ਹੋਵੇਗਾ, ਮਾਇਆ ਦੀ ਪਾਹ ਨਹੀਂ ਇਹਨੂੰ ਚੜ੍ਹੇਗੀ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜੋਗੀ ਨੇ, ਜੁੜੇ ਹੋਏ ਨੇ ਅੰਦਰੋਂ, ਮਨ ਜੁੜਿਆ ਹੋਇਆ, ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਉਦਾਸ ਨੇ, ਮਾਇਆ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਜਿਵੇਂ ਜਲ ਵਿੱਚ ਕਮਲ ਦਾ ਫੁੱਲ ਰਹਿੰਦਾ ਹੈ, ਜੈਸੇ ਪਾਣੀ ਵਿੱਚ ਮੁਰਗਾਬੀ ਤੁਰਦੀ ਹੈ ਤੇ ਉਹਨਾਂ ਤੋਂ ਨਿਰਲੇਪ ਰਹਿੰਦੀ ਹੈ। ਮੁਰਗਾਬੀ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ। ਕਮਲ ਦਾ ਜਿਹੜਾ ਫੁੱਲ ਹੈ ਉਹ ਚਿੱਕੜ ਵਿੱਚ ਰਹਿੰਦਿਆਂ ਚਿੱਕੜ ਤੋਂ ਉੱਪਰ ਉੱਠ ਕੇ ਰਹਿੰਦਾ ਹੈ। ਇਸੇ ਪ੍ਰਕਾਰ ਜਿਹੜੇ ਗੁਰਮੁਖ ਜਨ ਹਨ, ਉਹ ਵੀ ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿੰਦੇ ਨੇ। ਉਹਨਾਂ ਨੂੰ ਕਦੇ ਮਾਇਆ ਦਾ ਲੇਪ ਨਹੀਂ ਲੱਗਦਾ। ਸਦਾ ਰਹੈ ਸਰਨਾਈ, ਸਦਾ ਹੀ ਉਹ ਪਰਮੇਸ਼ਰ ਦੀ ਸ਼ਰਨ ਪਏ ਰਹਿੰਦੇ ਹਨ। ਮਨਮੁਖ ਮੁਗਦ ਆਗੈ ਚੇਤੈ ਨਾਹੀ, ਦੁੱਖ ਲਾਗੈ ਪਛਤਾਈ। ਜਿਹੜੇ ਮਨਮੁਖੋਂ ਮੁਗਤ ਮੂਰਖ ਨੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਦਾਚਿਤ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ। ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਵਿੱਚ ਭਟਕਦਾ ਰਹਿੰਦਾ ਹੈ। ਅੱਗੇ ਫਿਰ ਜਦੋਂ ਦਰਗਾਹ ਵਿੱਚ ਜਾਂਦੇ ਨੇ, ਉਦੋਂ ਇਹਨਾਂ ਨੂੰ ਬੜੇ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿੰਦੇ ਫਿਰ ਪਛਤਾਉਂਦੇ ਵੀ ਨੇ। ਮਨਮੁਖ ਇੱਥੇ ਵੀ ਦੁਖੀ ਰਹਿੰਦਾ ਹੈ,
ਤੇ ਦਰਗਾਹ ਵਿੱਚ ਜਾ ਕੇ ਵੀ ਦੁਖੀ ਰਹਿੰਦਾ, ਉੱਥੇ ਪਛਤਾਉਂਦਾ। ਇਨਸਾਨ ਪਛਤਾਉਂਦਾ ਕਦੋਂ ਹੈ? ਜਦੋਂ ਸਮਝ ਪੈਂਦੀ ਹੈ। ਜਦੋਂ ਕਰਮ ਕਰਦਾ ਹੁੰਦਾ ਨਾ ਬੁਰੇ, ਉਦੋਂ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰ ਰਿਹਾ। ਇਹਨੂੰ ਸੋਝੀ ਫਿਰ ਬਾਅਦ ਵਿੱਚ ਪੈਂਦੀ ਹੈ, ਜਦੋਂ ਸਮਾਂ ਹੱਥ ਵਿੱਚੋਂ ਨਿਕਲ ਜਾਂਦਾ ਨਾ, ਫਿਰ ਪਤਾ ਲੱਗਦਾ ਵੀ ਉਹ ਮੈਂ ਮਾੜੇ ਕੰਮ ਕਰਦਾ ਸੀ। ਉਦੋਂ ਫਿਰ ਪਛਤਾਵਾ ਰਹਿ ਜਾਂਦਾ। ਪਛਤਾਵਾ ਕਦੋਂ ਰਹਿੰਦਾ? ਜਦੋਂ ਸਮਾਂ ਹੱਥ ਵਿੱਚੋਂ ਨਿਕਲ ਜਾਏ। ਮਨਮੁਖ ਜਿਹੜੇ ਹਨ ਉਹਨਾਂ ਨੂੰ ਦੁੱਖ ਲੱਗਦਾ ਤੇ ਮਹਾਰਾਜ ਕਹਿੰਦੇ ਫਿਰ ਉਹ ਸਦਾ ਪਛਤਾਉਂਦੇ ਰਹਿੰਦੇ ਹਨ। ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀਐ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਸਾਰੀ ਰਚਨਾ ਰਚੀ ਹੈ, ਜਿਨੇ ਇਹ ਸੰਸਾਰ ਬਣਾਇਆ, ਇੱਕ ਤਾਂ ਉਹ ਕਰਤਾ ਹੈ ਸਾਰੇ ਸੰਸਾਰ ਦਾ ਬਣਾਉਣ ਵਾਲਾ। ਮਹਾਰਾਜ ਕਹਿੰਦੇ ਫਿਰ ਸਾਰਾ ਕੁਝ ਉਹ ਆਪ ਹੀ ਕਰ ਰਿਹਾ ਤੇ ਸਾਰਾ ਕੁਝ ਕਰਾ ਵੀ ਵਾਹਿਗੁਰੂ ਆਪ ਰਿਹਾ। ਕਰਤਾ ਵੀ ਆਪ ਹੈ, ਸਾਰਾ ਕੁਝ ਕਰਾ ਵੀ ਆਪ ਰਿਹਾ ਤੇ ਕਰ ਵੀ ਉਹ ਪਰਮੇਸ਼ਰ ਆਪ ਰਿਹਾ। ਜੋ ਕੁਝ ਹੋ ਰਿਹਾ ਹੈ ਇਹ ਸਭ ਪਰਮੇਸ਼ਰ ਦੀ ਰਜ਼ਾ ਹੈ ਤੇ ਜੋ ਕੁਝ ਹੋ ਰਿਹਾ ਹੈ ਇਹ ਸਭ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਕਰ ਰਿਹਾ ਹੈ। ਹਰ ਅਭਿਮਾਨ ਨਾ ਜਾਈ ਜੀਹੋ, ਅਭਿਮਾਨੇ ਪੈ ਪਚੀਐ। ਪਰ ਮਨਮੁਖਾਂ ਨੂੰ ਅਭਿਮਾਨ ਬਣਿਆ ਰਹਿੰਦਾ ਕਿ ਅਸਾਂ ਕਰ ਰਹੇ, ਜੋ ਕੁਝ ਹੋ ਰਿਹਾ ਸਾਡੇ ਪਾਸੋਂ ਹੀ ਹੋ ਰਿਹਾ। ਜੇ ਤਾਂ ਚੰਗਾ ਹੋ ਗਿਆ ਫਿਰ ਮੈਂ ਕੀਤਾ, ਜੇ ਮਾੜਾ ਹੋ ਗਿਆ ਤੇ ਫਿਰ ਮੈਂ ਦੋਸ਼ ਦੂਜੇ ਤੇ ਮੜ ਦਿੱਤਾ ਵੀ ਉਹਨੇ ਕੀਤਾ। ਚੰਗਾ ਮੈਂ ਕੀਤਾ, ਮਾੜਾ ਦੂਜੇ ਨੇ ਕੀਤਾ। ਚਲੋ ਬਹੁਤੀ ਦੂਰ ਨਹੀਂ ਜਾਂਦੇ। ਇਸ ਸਮਾਜ ਸੰਸਾਰ ਦੇ ਅੰਦਰ ਵੀ ਜਦੋਂ ਕੋਈ ਆਮ ਵੀ ਕਰਮ ਹੋਵੇ ਨਾ, ਛੋਟਾ ਜਿਹਾ ਕੰਮ ਹੋਵੇ, ਜਦੋਂ ਮਨੁੱਖ ਦੇ ਕੋਲੋਂ ਕੋਈ ਗਲਤੀ ਹੁੰਦੀ ਹੈ ਤੇ ਬੰਦਾ ਗਲਤੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਮੈਂ ਤਾਂ ਠੀਕ ਕੀਤਾ, ਉਹਨੇ ਗਲਤ ਕਰ ਦਿੱਤਾ। ਇੱਥੇ ਵੀ ਆਪਣੀ ਗਲਤੀ ਨਹੀਂ ਮੰਨੀ। ਤੇ ਜਿਹੜੇ ਮੰਦ ਕਰਮ ਨੇ ਉਹਨਾਂ ਦੇ ਵਿੱਚ ਤਾਂ ਖੈਰ ਇਹਨੇ ਕੀ ਗਲਤੀ ਮੰਨਣੀ। ਮਾੜੇ ਕਰਮ ਕਰਕੇ ਵੀ ਸੁੱਖ ਮਿਲਿਆ ਤੇ ਮੈਂ ਲਿਆ, ਦੁੱਖ ਮਿਲਿਆ ਤੇ ਦੋਸ਼ ਰੱਬ ਤੇ ਮੜ ਦਿੱਤਾ ਵੀ ਉਹਨੇ ਮਾੜਾ ਕਰ ਦਿੱਤਾ, ਉਹਨੇ ਬੁਰਾ ਕਰ ਦਿੱਤਾ। ਗੁਰਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਜਨ। ਕਿਸੇ ਦੂਜੇ ਨੂੰ ਦੋਸ਼ ਨਾ ਦਿਓ ਕਿ ਉਹਨੇ ਦੁੱਖ ਦੇ ਦਿੱਤਾ, ਰੱਬ ਨੂੰ ਦੋਸ਼ ਨਾ ਦਿਓ ਕਿ ਉਹਨੇ ਦੁੱਖ ਦਿੱਤਾ। ਇਹ ਤੇਰੇ ਕਰਮ ਦਾ ਰੋਗ ਸੀ ਤਾਂ ਤੂੰ ਦੁਖੀ ਹੋਇਆ। ਮਨਮੁਖ ਨੂੰ ਅਭਿਮਾਨ ਰਹਿੰਦਾ ਕਿ ਜੋ ਕਰਦਾ ਸਾਰਾ ਕੁਝ ਮੈਂ ਆਪ ਹੀ ਕਰਦਾ ਹਾਂ। ਉਹਦੇ ਹਿਰਦੇ ਦੇ ਵਿੱਚੋਂ ਕਦੇ ਅਭਿਮਾਨ ਨਹੀਂ ਜਾਂਦਾ ਤੇ ਅਭਿਮਾਨੇ ਪੈ ਪਚੀਐ, ਤੇ ਸਦਾ ਹੀ ਅਭਿਮਾਨ ਦੇ ਵਿੱਚ ਉਹ ਪਚਿਆ ਰਹਿੰਦਾ ਹੈ। ਤੇ ਇਸੇ ਅਭਿਮਾਨ ਕਰਕੇ ਉਹਦਾ ਸੰਘਾਰ, ਉਹਦਾ ਨਾਸ਼ ਹੁੰਦਾ ਹੈ। ਭੁੱਲਣ ਵਿੱਚ ਕਿਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਭੁੱਲਣ ਵਿੱਚ ਕੀਆ ਸਭ ਕੋਈ। ਪਰਮੇਸ਼ਰ ਅਕਾਲ ਪੁਰਖ ਨੇ ਸਾਰਾ ਸੰਸਾਰ ਭੁੱਲਣ ਦੇ ਵਿੱਚ ਰੱਖਿਆ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾ। ਆਪ ਨਹੀਂ ਭੁੱਲਦਾ ਉਹ, ਬਾਕੀ ਸਾਰਾ ਸੰਸਾਰ ਭੁੱਲਦਾ ਹੈ। ਕਰਤਾ ਆਪ ਨਾ ਭੁੱਲੈ, ਉਹਦੇ ਕੋਲੋਂ ਭੁੱਲ ਨਹੀਂ ਹੁੰਦੀ। ਜਿਹੜੀ ਚੀਜ਼ ਕਈ ਵਾਰ ਮੈਂ ਮਹਿਸੂਸ ਕਰਦਾ ਆ ਨਾ, ਮੇਰਾ ਆਪਣਾ ਤਜਰਬਾ ਕਹਿ ਲਓ ਜਾਂ ਮੇਰੀ ਆਪਣੀ ਨਿੱਜੀ ਵਿਚਾਰ ਕਹਿ ਲਓ, ਕੋਈ ਜ਼ਰੂਰੀ ਨਹੀਂ ਕਿ ਹਰ ਕੋਈ ਸਹਿਮਤ ਹੋਵੇ ਇਹਦੇ ਨਾਲ। ਜਦੋਂ ਮਨੁੱਖ ਅਰਦਾਸ ਕਰਦਾ ਹੈ ਨਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਤੇ ਅਰਦਾਸ ਕਰਨ ਵੇਲੇ ਕਈ ਵਾਰੀ ਸਾਡੀ ਬਿਰਤੀ ਇਦਾਂ ਦੀ ਬਣੀ ਹੁੰਦੀ ਵੀ ਮੇਰੇ ਨਾਲ ਇਦਾਂ ਹੋ ਗਿਆ, ਹੋਣਾ ਨਹੀਂ ਸੀ ਚਾਹੀਦਾ। ਇਸ ਚੀਜ਼ ਲਈ ਆਪਣੇ ਆਪ ਨੂੰ ਇਦਾਂ ਮਹਿਸੂਸ ਹੁੰਦਾ ਹੈ ਕਿ ਅਸੀਂ
ਪਰਮੇਸ਼ਰ ਨੂੰ ਦੋਸ਼ ਦਿੰਦੇ ਹੁੰਦੇ ਆ ਵੀ ਤੁਹਾਡੇ ਕੋਲੋਂ ਕੋਈ ਭੁੱਲ ਹੋ ਗਈ, ਤੁਹਾਡੇ ਕੋਲੋਂ ਕੋਈ ਗਲਤੀ ਹੋ ਗਈ ਹੈ, ਵੀ ਹੁਣ ਸੁਧਾਰੋ, ਸੁਧਾਰ ਕੇ ਵੀ ਜੋ ਮੇਰੇ ਨਾਲ ਹੋਇਆ ਉਹ ਠੀਕ ਕਰ ਦੇ। ਦਾਸ ਨੇ ਕਈ ਵਾਰੀ ਉਦਾਹਰਣ ਦਿੱਤੀ ਹੈ ਨਾ, ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਦੀ ਜਦੋਂ ਸਰੀਰ ਛੱਡਿਆ ਉਸ ਤੋਂ ਪਹਿਲਾਂ ਉਹਨਾਂ ਦੇ ਚਰਨਾਂ ਤੇ ਇੱਕ ਸਪੋਲੀਆ ਛੋਟਾ ਜਿਹਾ ਸੱਪ ਦਾ ਬੱਚਾ ਉਹਨੇ ਡਸਿਆ, ਉਹ ਜ਼ਖਮ ਹੋ ਗਿਆ ਸੀ, ਜ਼ਖਮ ਠੀਕ ਨਹੀਂ ਸੀ ਹੁੰਦਾ, ਤੇ ਸਿੰਘ ਕਹਿੰਦੇ ਵੀ ਤੁਸੀਂ ਅਰਦਾਸ ਕਰੋ ਮਹਾਰਾਜ ਕੋਲ। ਤੇ ਉਹਨਾਂ ਦਾ ਜਵਾਬ ਜਿਹੜਾ ਸੀ ਨਾ, ਉਹ ਕਹਿੰਦੇ ਵੀ ਕਰਾਂ ਮੈਂ ਤੇ ਆਖਾਂ ਗੁਰੂ ਨੂੰ ਵੀ ਤੂੰ ਕੱਟ ਦੇ, ਕਿਉਂਕਿ ਉਹ ਥੋੜਾ ਭੁੱਲਿਆ, ਕੀਤਾ ਤਾਂ ਮੈਂ ਸੀ ਨਾ ਭੁੱਲ ਕੇ, ਤੇ ਸਜ਼ਾ ਵੀ ਮੈਨੂੰ ਮਿਲੀ ਹੈ, ਤੇ ਮੈਂ ਗੁਰੂ ਨੂੰ ਕਿਵੇਂ ਕਹਿ ਦਿਆਂ ਵੀ ਤੂੰ ਕੱਟ ਦੇ। ਅਰਦਾਸ ਸਿੱਖ ਦੇ ਅੰਦਰ ਦੀ ਪੀੜਾ, ਅਰਦਾਸ ਸਿੱਖ ਦੇ ਅੰਦਰ ਦੀ ਭਾਵਨਾ ਹੁੰਦੀ ਹੈ, ਪਰ ਕਈ ਵਾਰੀ ਕੁਝ ਮਨੁੱਖ ਸਾਡੀ ਬਿਰਤੀ ਅਜਿਹੀ ਅੰਦਰੋਂ ਬਣੀ ਹੁੰਦੀ ਹੈ ਕਿ ਜਦੋਂ ਅਸੀਂ ਰੱਬ ਨੂੰ ਦੋਸ਼ੀ ਠਹਿਰਾਉਂਦੇ ਹੁੰਦੇ ਆ ਵੀ ਤੇਰੇ ਕੋਲੋਂ ਭੁੱਲ ਹੋ ਗਈ ਹੈ, ਤੂੰ ਆਪਣੀ ਭੁੱਲ ਸਿੱਧੀ ਕਰ ਲੈ, ਮੇਰੇ ਨਾਲ ਇਹ ਕੁਝ ਹੋਇਆ, ਇਦਾਂ ਨਹੀਂ ਸੀ ਹੋਣਾ ਚਾਹੀਦਾ, ਮੈਂ ਕਿਹੜਾ ਕਿਸੇ ਦਾ ਮਾੜਾ ਕੀਤਾ। ਅਕਸਰ ਲੋਕ ਕਹਿੰਦੇ ਹੀ ਨੇ ਵੀ ਅਸਾਂ ਕਿਹੜਾ ਕਿਸੇ ਦਾ ਮਾੜਾ ਕੀਤਾ ਸੀ। ਉਦਾਹਰਨਾਂ ਪਤਾ ਕੀ ਦਿੰਦੇ ਵੀ ਅਸੀਂ ਮੀਟ ਨਹੀਂ ਖਾਂਦੇ, ਅਸੀਂ ਸ਼ਰਾਬ ਵੀ ਨਹੀਂ ਪੀਂਦੇ, ਅਸੀਂ ਆਂਡਾ ਵੀ ਨਹੀਂ ਖਾਂਦੇ। ਉਹ ਇਹ ਤਾਂ ਚੀਜ਼ਾਂ ਅਲੱਗ ਨੇ, ਵੱਖਰੀਆਂ ਨੇ, ਉਹ ਜਿਹੜੇ ਕਰਮ ਅਸੀਂ ਕਰਦੇ ਆ ਉਹਨਾਂ ਵੱਲ ਸਾਡਾ ਧਿਆਨ ਨਹੀਂ ਹੁੰਦਾ। ਹੁਣ ਮੀਟ ਆਂਦਾ ਤੂੰ ਨਹੀਂ ਖਾਂਦਾ ਤੇ ਇਹਦਾ ਮਤਲਬ ਇਹ ਥੋੜਾ ਆ ਵੀ ਹੁਣ ਰੱਬ ਤੇਰੇ ਤੇ ਖੁਸ਼ ਰਹੇਗਾ। ਇਹ ਤਾਂ ਧਰਮ ਦਾ ਨਿਯਮ ਹੈ, ਬੰਦੇ ਨੇ ਸ਼ਰਾਬ ਮੀਟ ਇਹੋ ਜੀਆਂ ਮਾੜੀਆਂ ਕੁਝੀਆਂ ਹਰਕਤਾਂ ਤੋਂ ਦੂਰ ਰਹਿਣਾ। ਇਹ ਧਰਮ ਦਾ ਅਸੂਲ ਹੈ ਕਿਸੇ ਵੀ ਧਰਮ ਦਾ, ਵੀ ਤੁਸੀਂ ਇਹਦੇ ਨੇੜੇ ਨਹੀਂ ਜਾਣਾ ਇਹੋ ਜੀਆਂ ਮਾੜੀਆਂ ਚੀਜ਼ਾਂ ਦੇ। ਪਰ ਜਿਹੜੇ ਸਾਡੇ ਕਰਮ ਨੇ, ਜੋ ਅਸੀਂ ਕਰਮ ਰੋਜ਼ ਕਰਦੇ ਹਾਂ, ਜਦੋਂ ਕਰਮ ਹੀ ਸਾਡੇ ਚੰਗੇ ਨਹੀਂ ਤੇ ਫਿਰ ਦੁੱਖ ਆਪਣੇ ਆਪ ਹੀ ਆਉਂਦਾ ਹੈ। ਮਸ਼ਕੀਨ ਜੀ ਕਹਿੰਦੇ ਕਿਸੇ ਬੰਦੇ ਦੇ ਦੁੱਖ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਉਹਦੇ ਕਰਮ ਕਿਤਨੇ ਕੁ ਮਾੜੇ ਹੋਣਗੇ। ਕਰਮ ਮਾੜੇ ਦਾ ਭਾਵ ਇਹ ਨਹੀਂ ਕਿ ਮੇਰੇ ਕਰਮ ਮਾੜੇ ਨੇ, ਜੋ ਕੀਤਾ ਹੈ, ਜੇ ਮਾੜਾ ਕੀਤਾ ਹੈ ਉਹੀ ਤੇਰੇ ਕਰਮ ਨੇ ਜਿਹਨੂੰ ਤੂੰ ਭੋਗ ਰਿਹਾ ਹੈ। ਬਸ ਇਤਨਾ ਕ ਹੈ ਕਿ ਹੁਣ ਆਪਣਾ ਜੀਵਨ ਸੁਧਾਰ, ਹੁਣ ਨਾ ਭੁੱਲੀ। ਅਰਦਾਸ ਕਰ ਮਹਾਰਾਜ ਦੇ ਚਰਨਾਂ ਵਿੱਚ, ਪਾਤਸ਼ਾਹ ਸੋਈ ਕਰਮ ਕਰਾਵਣੇ ਜੋ ਆਪ ਜੀ ਨੂੰ ਭਾਵਦੇ ਹੋਣ, ਸੋ ਨਾ ਕਰਾਵਣੇ ਜੋ ਆਪ ਜੀ ਨੂੰ ਨਾ ਭਾਵਦੇ ਹੋਣ। ਮਹਾਰਾਜ ਇਹੋ ਜੀ ਵਿਵੇਕ ਬੁੱਧੀ ਦੀ ਦਾਤ ਬਖਸ਼ੋ, ਸਾਨੂੰ ਸੱਚ ਤੇ ਧਰਮ ਦੇ ਰਾਹ ਤੇ ਤੋਰੋ, ਤਾਂ ਕਿ ਅਸੀਂ ਮੰਦ ਕਰਮ ਨਾ ਕਰੀਏ। ਉਸ ਕਰਤਾ ਪੁਰਖ ਨੇ ਸਾਰਾ ਸੰਸਾਰ ਜਿਹੜਾ ਭੁੱਲਣ ਵਿੱਚ ਰੱਖਿਆ, ਸਾਰਾ ਸੰਸਾਰ ਭੁੱਲਣ ਹਾਰਾ, ਗਲਤੀਆਂ ਕਰਦਾ ਹੈ, ਪਰ ਕਰਤਾ ਆਪ ਨਾ ਭੁੱਲੈ। ਉਹ ਕਰਤਾ ਵਾਹਿਗੁਰੂ ਆਪ ਨਹੀਂ ਭੁੱਲਦਾ। ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਅਕੁਲੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਸ ਜੀਵ ਦਾ ਸੱਚੇ ਨਾਮ ਦੇ ਨਾਲ ਹੀ ਨਿਸਤਾਰਾ ਹੁੰਦਾ ਹੈ, ਇਹਦਾ ਭਲਾ ਨਾਮ ਦੇ ਸਦਕਾ ਹੀ ਹੁੰਦਾ। ਪਰ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਦੇ ਨਾਲ ਅਕੁਲੈ। ਇਹਦੇ ਦੋ ਅਰਥ ਨੇ ਜੀ। ਪਹਿਲਾ ਅਰਥ ਹੈ ਜੀ ਛੁੱਟਣਾ, ਨਾਮ ਜਪ ਕੇ ਕੋਈ ਵਿਰਲਾ ਹੀ ਛੁੱਟਦਾ ਜਿਹਦੇ ਬੰਧਨ ਟੁੱਟਦੇ। ਅਕੁਲੈ ਦਾ ਦੂਜਾ ਅਰਥ ਵਿਦਵਾਨ ਕਰਦੇ ਘੁਲ ਜਾਣਾ, ਮਿਲ ਜਾਣਾ। ਵਿਸ਼ੇਸ਼ ਕਰਕੇ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਦੇ ਨਾਲ ਉਸ ਬ੍ਰਹਮ ਦੇ ਵਿੱਚ, ਪ੍ਰਮਾਤਮਾ ਦੇ ਵਿੱਚ ਜਾ ਕੇ ਅਭੇਦ ਹੁੰਦਾ ਹੈ, ਜਿਹੜਾ ਉਹਦੇ ਨਾਮ ਨੂੰ ਜਪਦਾ, ਉਹਦੀ ਬੰਦਗੀ ਕਰਦਾ ਹੈ। ਸਾਹਿਬ ਜੀ ਕਿਰਪਾ ਕਰਨ, ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਜਥੇ ਪਾਸੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰੀਏ ਜੀ। ਭੁੱਲਣ ਵਿੱਚ ਕਿਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ,
ਕੋ ਗੁਰ ਪ੍ਰਸਾਦ ਅਕੁਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।